ਮਹਾਮਾਰੀ ਦੌਰਾਨ ਆਪਣੇ ਘਰਾਂ ਵਿੱਚ ਰਹਿਣਾ ਬਹੁਤੇ ਕੈਨੇਡੀਅਨਸ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ। ਪਰ ਬਹੁਤ ਸਾਰੇ ਅਜਿਹੇ ਵੀ ਨੇ ਜਿਨ੍ਹਾਂ ਲਈ ਇਹ ਬੇਹੱਦ ਖਤਰਨਾਕ ਹੈ। ਉਹਨਾਂ ਲਈ ਜੋ ਆਪਣੇ ਹਿੰਸਕ ਨਾਲ ਇੱਕੋ ਘਰ ਵਿੱਚ ਬੰਦ ਨੇ। ਇਸ ਹਫਤੇ ਸਿਟੀ ਨਿਊਜ਼ ਦੀ ਭਾਈਵਾਲੀ ਨਾਲ ਇਹ ਲੜੀਵਾਰ, ਜਿਸ ਵਿੱਚ ਘਰਾਂ ਦੇ ਬੰਦ ਦਰਵਾਜ਼ਿਆਂ ਅੰਦਰ ਪਨਪਦੀ ਘਰੇਲੂ ਹਿੰਸਾ ਦੀ ਮਹਾਮਾਰੀ ਦੀਆਂ ਕਹਾਣੀਆਂ ਨੇ। ਅਨੀਤਾ ਬਹੁਤ ਸਾਰੇ ਸੁਪਨੇ ਲੈ ਕੇ ਕੈਨੇਡਾ ਆਈ ਸੀ ਅਤੇ ਉਸਨੇ ਮਹਿਸੂਸ ਕੀਤਾ ਕਿ ਉਸਦੀ ਸ਼ਾਦੀशुदा ਜ਼ਿੰਦਗੀ ਵਿੱਚ ਰਾਸਤੇ ਕੁਝ ਉਬੜ-ਖਾਬੜ ਸਨ, ਪਰ ਉਸਨੇ ਉਮੀਦ ਨਹੀਂ ਛੱਡੀ। ਉਸਨੂੰ ਲੱਗਿਆ ਕਿ ਘਰ ਵਿੱਚ ਬੱਚੇ ਦੀ ਆਮਦ ਸਭ ਕੁਝ ਬਦਲ ਦੇਗੀ। ਮੈਂ ਇੰਨੀ ਜਲਦੀ ਨਹੀਂ ਸੀ ਦੱਸਿਆ। ਜਦੋਂ ਚੀਜ਼ਾਂ ਸ਼ੁਰੂ ਹੋਈਆਂ ਮੈਨੂੰ ਉਮੀਦ ਸੀਗੀ ਕਿ ਚੀਜ਼ਾਂ ਠੀਕ ਹੋ ਜਾਣਗੀਆਂ, ਮਾਹੌਲ ਸ਼ਾਇਦ ਮੈਂ ਠੀਕ ਕਰ ਲੂੰਗੀ, ਕਿਉਂਕਿ ਮੈਂ ਇੱਥੇ ਹੀ ਫਰੈਂਡ ਸਰਕਲ 'ਚ ਦੱਸਣਾ ਸ਼ੁਰੂ ਕੀਤਾ ਸੀਗਾ ਕਿ ਪਲੀਜ਼ ਕੁਛ ਮੇਰੀ ਹੈਲਪ ਕੀਤੀ ਜਾਵੇ, ਮੇਰੇ ਹਸਬੈਂਡ ਨੂੰ ਸਮਝਾਇਆ ਜਾਵੇ ਕਿ ਇੱਦਾਂ ਨਾ ਕਰੇ। ਪਰ ਫਿਰ ਮੈਨੂੰ ਲੱਗਾ ਕਿ ਫੈਮਿਲੀ ਨੂੰ ਦੱਸਣਾ ਵੀ ਇੰਪੋਰਟੈਂਟ ਆ, ਕਿ ਫੈਮਿਲੀ ਦਾ ਕੱਲ੍ਹ ਨੂੰ ਕੋਈ ਗੱਲ ਹੋਈ ਤਾਂ ਉਹਨਾਂ ਨੇ ਕਿ ਇਹੀ ਹੋਏਗਾ ਕਿ ਤੂੰ ਸਾਨੂੰ ਨਹੀਂ ਦੱਸਿਆ। ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਇਹੀ ਕਿ ਤੇਰੇ ਕੋਲ ਲੀਗਲ ਸਟੇਟਸ ਹੈ ਨਹੀਂ, ਤੂੰ ਕਿੱਥੇ ਜਾਊਂਗੀ, ਕੁੜੀਆਂ ਇੱਥੇ ਮਾਂ ਪਿਓ ਦੇ ਘਰ ਆ ਕੇ ਨਹੀਂ ਬਹਿੰਦੀਆਂ, ਤੂੰ ਇੰਨੀ ਦੂਰ ਗਈ ਆ ਤਾਂ ਫਿਰ ਵਾਪਸ ਤੂੰ ਸਾਡੇ ਕੋਲ ਆਉਂਗੀ, ਕਿਉਂਕਿ ਕੈਨੇਡਾ 'ਚ ਮੇਰਾ ਕੋਈ ਰਿਲੇਟਿਵ ਹੈ ਨਹੀਂ। ਅਨੀਤਾ ਮੁਤਾਬਿਕ ਉਸਦੀ ਪੜ੍ਹਾਈ ਲਿਖਾਈ ਵੀ ਉਸਦੇ ਕੰਮ ਨਹੀਂ ਆ ਰਹੀ, ਇੱਥੋਂ ਤੱਕ ਕਿ ਉਹ ਆਪਣੇ ਅਸਤਿਤਵ ਤੇ ਯਕੀਨ ਖੋ ਰਹੀ ਹੈ ਅਤੇ ਆਤਮ ਵਿਸ਼ਵਾਸ ਖਤਮ ਹੋ ਰਿਹਾ ਹੈ। ਮੇਰਾ ਡਰਾਈਵਿੰਗ ਟੈਸਟ ਨਹੀਂ ਸੀ ਕਲੀਅਰ ਹੋਇਆ ਤੇ ਮੇਰੇ ਹਸਬੈਂਡ ਨੇ ਮੈਨੂੰ ਘਰ ਆਉਂਦਿਆਂ ਹੀ 0 ਕਰਾਰ ਦੇ ਦਿੱਤਾ ਕਿ ਆਮ 0% ਜਿਹੜਾ ਲਾਈਫ 'ਚ ਕੁਝ ਕਰ ਨਹੀਂ ਸਕਦਾ, ਜਿਹਦੇ ਨਾਲ ਮੇਰਾ ਕੌਨਫੀਡੈਂਸ ਬਹੁਤ ਜ਼ਿਆਦਾ ਲੂਜ਼ ਹੋਇਆ ਕਾਫੀ ਚੀਜ਼ਾਂ ਵਿੱਚ ਕਿ ਸ਼ਾਇਦ ਮੈਂ ਵਾਕਈ ਨਹੀਂ ਕਿਸੇ ਕੰਮ ਦੀ ਹੈਗੀ। ਲੈਟਰ ਵੀ ਪੋਸਟ ਕਰਨ ਗਈ ਹੈ ਨਾ, ਤਾਂ ਇੱਕ ਵਾਰੀ ਨਾ ਮੈਂ ਨਰਵਸ ਜ਼ਰੂਰ ਹੁੰਦੀ ਹਾਂ। ਆਖਿਰ ਕਿਹੜੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਅਨੀਤਾ ਇਸ ਕੁੱਟਮਾਰ ਅਤੇ ਜ਼ਿੱਲਤ ਭਰੀ ਜ਼ਿੰਦਗੀ ਤੋਂ ਬਾਹਰ ਨਹੀਂ ਆ ਪਾ ਰਹੀ। ਅਨੀਤਾ ਅਨੁਸਾਰ ਇਹਨਾਂ ਵਿੱਚੋਂ ਇੱਕ ਉਸਦੇ ਪੇਕੇ ਪਰਿਵਾਰ ਦੇ ਸਹਿਯੋਗ ਦੀ ਘਾਟ। ਤਾਂ ਉਹਨਾਂ ਨੇ ਮੈਨੂੰ ਉਸ ਟਾਈਮ ਇਹ ਗੱਲ ਕਹੀ ਕਿ ਜਿਹੜੇ ਬੰਦੇ ਹੁੰਦੇ ਆ ਉਹ ਔਰਤਾਂ ਦਾ ਆਪਣੇ ਮੂਹਰੇ ਬੋਲਣਾ ਪਸੰਦ ਨਹੀਂ ਕਰਦੇ ਹੁੰਦੇ, ਇਸ ਲਈ ਤੂੰ ਆਪਣੇ 'ਚ ਸੁਧਾਰ ਕਰ। ਅਨੀਤਾ ਕੋਲ ਕੁਝ ਅਰਸਾ ਪਹਿਲਾਂ ਤੱਕ ਪੱਕੀ ਇਮੀਗ੍ਰੇਸ਼ਨ ਨਹੀਂ ਸੀ। ਕਈ ਤਰ੍ਹਾਂ ਦੇ ਕਲਚਰਲ ਤਾਣੇ ਬਾਣਿਆਂ ਅਤੇ ਰਿਸ਼ਤਿਆਂ ਵਿੱਚ ਉਲਝੀ ਉਹ ਬੇਬਸ ਮਹਿਸੂਸ ਕਰਦੀ ਹੈ। ਮੇਰਾ ਬੇਟਾ ਕਹਿ ਲਓ ਕਿ ਉਹ ਫਿਰ ਸਿਟੀਜ਼ਨ ਸੀਗਾ ਤੇ ਇੱਕ ਮੈਨੂੰ ਇਹਨੇ ਵੀ ਕਾਫੀ ਮੇਰੇ ਹਸਬੈਂਡ ਨੇ ਡਰਾਇਆ ਹੋਇਆ ਸੀਗਾ ਕਿ ਤੂੰ ਮੇਰਾ ਕਿਡ ਲੈ ਕੇ ਇੱਥੋਂ ਬਾਹਰ ਨਹੀਂ ਨਿਕਲ ਸਕਦੀ, ਮੈਂ ਤੇਰੇ ਤੇ ਕੇਸ ਕਰ ਦੂੰਗਾ। ਇਹੀ ਜੱਦੋ-ਜਹਿਦ ਅਨੀਤਾ ਅਨੁਸਾਰ ਉਸਨੂੰ ਮਾਨਸਿਕ ਤੌਰ ਤੇ ਇਹ ਲੱਗਣ ਲੱਗ ਗਿਆ ਹੈ ਕਿ ਉਸ ਵਿੱਚ ਹੀ ਸਾਰੀਆਂ ਗਲਤੀਆਂ ਨੇ ਅਤੇ ਗਲਤੀਆਂ ਉਸ ਤੋਂ ਹੁੰਦੀਆਂ ਹੀ ਰਹਿੰਦੀਆਂ ਨੇ, ਇਸ ਲਈ ਉਸਨੂੰ ਸਜ਼ਾ ਮਿਲ ਜਾਂਦੀ ਹੈ। ਇੱਕ ਦਿਨ ਕਿਸੇ ਗੱਲ ਤੋਂ ਬਾਅਦ ਮੈਨੂੰ ਦੂਰੋਂ ਹੀ ਬੋਲ ਦਿੱਤਾ ਗਿਆ ਕਿ ਅੱਜ ਤੈਨੂੰ ਕੋਈ ਬਚਾ ਨਹੀਂ ਸਕਦਾ। ਮੈਂ ਇਸ ਗੱਲ ਨੂੰ ਇਗਨੋਰ ਕੀਤਾ, ਪਰ ਜਿੱਦਾਂ ਹੀ ਮੈਂ ਮੂੰਹ ਘੁਮਾਇਆ ਤਾਂ ਮੈਨੂੰ ਪਿੱਛੋਂ ਅਟੈਕ ਕੀਤਾ ਗਿਆ ਤੇ ਮੈਨੂੰ ਮਾਰਨਾ ਸ਼ੁਰੂ ਕੀਤਾ ਗਿਆ ਔਰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਗਈਆਂ। ਤਾਂ ਮੇਰਾ ਬੇਟਾ ਭੱਜ ਕੇ ਮੇਰੇ ਵੱਲ ਆਇਆ ਕਿ ਕੀ ਹੋ ਕੀ ਰਿਹਾ ਹੈ, ਤੇ ਜਦੋਂ ਉਹਨੇ ਦੇਖਿਆ ਤਾਂ ਉਹ ਕਾਫੀ ਡਰ ਗਿਆ। ਉਸਦਾ ਬੇਟਾ ਵੀ ਸਹਿਮ ਗਿਆ ਸੀ। ਉਸਦੇ ਚਿਹਰੇ ਤੇ ਫੈਲਿਆ ਇੱਕ ਅਜੀਬ ਡਰ ਅਤੇ ਅਨਿਸ਼ਚਿਤਤਾ ਸੀ। ਮੇਰੇ ਮੂੰਹ 'ਚ ਨਾ ਪਾਣੀ ਜਿਹਾ ਭਰਿਆ ਤੇ ਮੈਂ ਉਸੇ ਥਾਂ ਤੇ ਥੁੱਕ ਦਿੱਤਾ। ਮੈਂ ਸੋਚਿਆ ਨਹੀਂ ਸੀ ਕਿ ਮੇਰੇ ਮੂੰਹ 'ਚ ਖੂਨ ਹੋਊਗਾ ਜਾਂ ਕੁਛ ਵੀ। ਜਦੋਂ ਮੈਂ ਦੇਖਿਆ ਤਾਂ ਫਲੋਰ ਉੱਤੇ ਮੈਂ ਸਪਿਟ ਕੀਤਾ, ਕਾਫੀ ਬਲੱਡ ਸੀਗਾ। ਮੈਂ ਫਿਰ ਸਭ ਤੋਂ ਪਹਿਲਾਂ ਜਾ ਕੇ ਸ਼ੀਸ਼ੇ 'ਚ ਆਪਣੀ ਸ਼ਕਲ ਦੇਖੀ ਕਿ ਇੱਦਾਂ ਹੋਇਆ ਕਿਉਂ। ਜਦੋਂ ਮੈਂ ਆਪਣੀ ਸ਼ਕਲ ਸ਼ੀਸ਼ੇ 'ਚ ਦੇਖੀ ਤਾਂ ਮੈਨੂੰ ਆਪਣੇ ਆਪ ਤੇ ਤਰਸ ਆ ਗਿਆ ਕਿ ਅੱਜ ਬਸ। ਅਨੀਤਾ ਅਨੁਸਾਰ ਉਸਨੂੰ ਲੱਗਿਆ ਕਿ ਉਹ ਆਖਰੀ ਘਟਨਾ ਸੀ ਅਤੇ ਫਿਰ ਮੈਂ ਪੁਲਿਸ ਕਾਲ ਕਰਨੇ ਲਈ ਫੋਨ ਚੱਕਿਆ। ਮੇਰੇ ਹੱਥੋਂ ਫੋਨ ਖੋਹ ਲਿਆ ਗਿਆ ਕਿਉਂਕਿ ਉਸ ਬੰਦੇ ਨੂੰ ਪਤਾ ਸੀਗਾ ਕਿ ਅੱਜ ਮੈਂ ਜ਼ਿਆਦਾ ਕਰ ਦਿੱਤਾ ਤੇ ਹੁਣ ਸ਼ਾਇਦ ਇਹ ਐਕਸ਼ਨ ਲਏਗੀ। ਮੇਰੇ ਹੱਥੋਂ ਫੋਨ ਲੈ ਲਿਆ ਗਿਆ ਤੇ ਫਿਰ ਕੁਛ ਟਾਈਮ ਬਾਅਦ ਉਹਦਾ ਧਿਆਨ ਇੱਧਰ ਉੱਧਰ ਗਿਆ, ਆਪਣੇ ਰੂਮ 'ਚ ਚਲਾ ਗਿਆ ਤੇ ਮੈਂ ਫੋਨ ਚੱਕਿਆ ਔਰ ਮੈਂ ਕਾਲ ਕਰ ਦਿੱਤੀ ਪੁਲਿਸ ਕਾਲ। ਉਸ ਦਿਨ ਮੈਂ ਆਪਣੇ ਲਈ ਸਟੈਪ ਲਿਆ ਇਸ ਚੀਜ਼ ਦਾ ਕਿ ਜਦੋਂ ਮੈਂ ਪੁਲਿਸ ਨਾਲ ਗੱਲ ਕੀਤੀ ਮੇਰੇ ਦਿਮਾਗ 'ਚ ਫਿਰ ਇੱਕਦਮ ਇਹ ਗੱਲ ਆ ਗਈ। ਮੈਂ ਪੁਲਿਸ ਨੂੰ ਇਹ ਕਿਹਾ ਕਿ ਫੋਨ ਤੇ ਹੀ ਕਿ ਅਗਰ ਮੈਂ ਕੰਪਲੇਂਟ ਨਾ ਕਰਨਾ ਚਾਹਾਂ, ਹੁਣ ਮੈਂ ਰੱਖਣਾ ਚਾਹਾਂ ਫੋਨ। ਅਨੀਤਾ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੀ ਜ਼ਿੰਦਗੀ ਇਸ ਤੋਂ ਬਿਹਤਰ ਹੋਣੀ ਚਾਹੀਦੀ ਹੈ। ਮੈਂ ਇਸ ਨਰਕ ਨੂੰ ਛੱਡ ਕੇ ਇੱਕ ਆਪਣੀ ਨਵੀਂ ਲਾਈਫ ਦੀ ਸ਼ੁਰੂਆਤ ਕਰਾਂ, ਕਾਜ਼ ਮੈਂ ਡਿਜ਼ਰਵ ਕਰਦੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਵੀ ਇੱਕ ਨਵਾਂ ਮਾਹੌਲ ਦੇਵਾਂ, ਚੰਗਾ ਮਾਹੌਲ, ਪੋਜ਼ਿਟਿਵ ਮਾਹੌਲ ਦੇਵਾਂ।
ਮਾਹਿਰਾਂ ਅਨੁਸਾਰ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਹੁੰਦੀ ਹਿੰਸਾ ਨੂੰ ਅੰਦਰ ਹੀ ਬਰਦਾਸ਼ਤ ਕਰ ਜਾਂਦੀਆਂ ਨੇ ਅਤੇ ਇਸ ਬਾਰੇ ਕਿਤੇ ਰਿਪੋਰਟ ਵੀ ਨਹੀਂ ਕਰਦੀਆਂ। ਨੀਸਾ ਹੋਮਸ ਨਾਮੀ ਇੱਕ ਸੰਸਥਾ ਜਿੱਥੇ ਕੈਨੇਡਾ ਵਿੱਚ ਨਵੀਆਂ ਆਈਆਂ ਔਰਤਾਂ ਅਤੇ ਮੁਸਲਿਮ ਮੂਲ ਦੀਆਂ ਔਰਤਾਂ ਨੂੰ ਮਦਦ ਦਿੱਤੀ ਜਾਂਦੀ ਹੈ। ਸੰਸਥਾ ਵੱਲੋਂ ਭਾਸ਼ਾਵਾਂ ਦੇ ਦਾਇਰੇ ਨੂੰ ਵਧਾ ਕੇ ਹੋਰ ਜ਼ਿਆਦਾ ਔਰਤਾਂ ਨੂੰ ਕਲਚਰ ਦੇ ਆਧਾਰ ਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। When women call us, they ask us the first is, how are you going to help me with housing? How are you going to help me with rent? How are you going to help me with employment? And when they see the reality checks of what it looks like, sometimes they think, oh, I think I'm better where I am. At least till my children go to school, or at least when my children are big enough that I can leave them at home and go for those jobs or to upgrade in my education. ਜ਼ਿਕਰਯੋਗ ਹੈ ਕਿ ਪਿਛਲੇ 5 ਸਾਲਾਂ ਦੌਰਾਨ ਨੀਸ਼ਾ ਹੋਮਸ ਵਿੱਚੋਂ ਮਦਦ ਹਾਸਿਲ ਕਰਨ ਵਾਲਿਆਂ ਦੀ ਗਿਣਤੀ 10 ਗੁਣਾ ਵਧੀ ਹੈ ਅਤੇ ਸੰਸਥਾ ਦੀਆਂ ਸੇਵਾਵਾਂ ਕੈਨੇਡਾ ਭਰ ਵਿੱਚ 6 ਲੋਕੇਸ਼ਨਸ ਵਿੱਚ ਫੈਲ ਗਈਆਂ ਨੇ। ਸੰਸਥਾ ਵੱਲੋਂ ਮਦਦ ਲਈ ਆਉਣ ਵਾਲੀਆਂ ਔਰਤਾਂ ਲਈ ਬੱਚਿਆਂ ਦੀ ਸਾਂਭ ਸੰਭਾਲ ਅਤੇ ਇੰਤਜ਼ਾਮ ਤੋਂ ਲੈ ਕੇ ਨੌਕਰੀਆਂ ਲੱਭਣ ਅਤੇ ਸਰਕਾਰੀ ਆਰਥਿਕ ਮਦਦ ਹਾਸਿਲ ਕਰਨ ਵਿੱਚ ਵੀ ਸਹਾਇਤਾ ਦਿੱਤੀ ਜਾਂਦੀ ਹੈ। ਸੰਸਥਾ ਅਨੁਸਾਰ ਕਿਫਾਇਤੀ ਰਹਾਇਸ਼ ਦੀ ਘਾਟ ਕਾਰਨ ਜ਼ਰੂਰਤਮੰਦ ਔਰਤਾਂ ਨੂੰ ਲੰਬਾ ਸਮਾਂ ਸ਼ੈਲਟਰ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ। ਕਈ ਵਾਰ ਇਹ ਇੰਤਜ਼ਾਰ ਵੀ ਲੰਬੀ ਹੋ ਜਾਂਦੀ ਹੈ, ਪਹੁੰਚਯੋਗ ਸਰੋਤ ਨਹੀਂ ਮਿਲਦੇ। We have women who approach us that they don't want to leave the space, but they want to see what the legal options are. They want to know what does the housing market look like. They want to know how does the rental space look like. They want to know how much of financial assistance will they get if they separate from their spouses. These are women who are not working at the moment, or they have never accessed employment markets before, or they have not accessed housing markets before. So they will want to try their options. They want to test their waters even before they want to see the option of if they want to move out, and how does that moving out actually look like in real life. ਅਨੀਤਾ ਉਹਨਾਂ ਬਹੁਤ ਸਾਰੀਆਂ ਔਰਤਾਂ ਵਿੱਚੋਂ ਇੱਕ ਹੈ ਜੋ ਕਿ ਡਰਾਉਣੇ ਤੇ ਹਿੰਸਕ ਹਾਲਾਤਾਂ ਵਿੱਚ ਰਹਿ ਰਹੀਆਂ ਨੇ। ਇੱਕ ਮਾਂ ਵਜੋਂ ਆਪਣੇ ਬੱਚੇ ਦੀ ਦੇਖ-ਰੇਖ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਉਹ ਕਈ ਤਰ੍ਹਾਂ ਦੀ ਹਿੰਸਾ ਵੀ ਬਰਦਾਸ਼ਤ ਕਰਦੀ ਹੈ ਤੇ ਇਸ ਹਿੰਸਾ ਦੀ ਗਵਾਹੀ ਭਰਦਾ ਉਸਦੇ ਬੇਟੇ ਦਾ ਬਚਪਨ ਉਸਨੂੰ ਕਈ ਤਰ੍ਹਾਂ ਦੀਆਂ ਫਿਕਰਾਂ ਵਿੱਚ ਪਾ ਦਿੰਦਾ ਹੈ। ਨਹੀਂ ਰਿਐਕਟ ਕੀਤਾ, ਸਾਰਾ ਕੁਝ ਉਹਦੇ ਸਾਹਮਣੇ ਹੋਇਆ ਤਾਂ ਉਹ ਕਾਫੀ ਡਰ ਗਿਆ ਸੀਗਾ। ਮੈਨੂੰ ਇਹ ਯਾਦ ਆ ਕਿ ਕਾਫੀ ਡਰਿਆ ਤੇ ਲੁਕ ਗਿਆ ਘਰ ਦੇ ਵਿੱਚ। ਪਰ ਕੁਝ ਦਿਨ ਪਹਿਲਾਂ ਮੈਨੂੰ ਉਹਦੇ ਸਕੂਲ ਟੀਚਰ ਤੋਂ ਪਤਾ ਲੱਗਾ ਕਿ ਜਦੋਂ ਉਹਦੇ ਸਕੂਲ ਟੀਚਰ ਨੇ ਮੈਨੂੰ ਦੱਸਿਆ ਕਿ ਕੋਈ ਪ੍ਰੋਬਲਮ ਹੋ ਰਹੀ ਹੈ ਤੁਹਾਡੀ ਲਾਈਫ 'ਚ ਜਾਂ ਘਰ ਵਿੱਚ ਕੀ ਗੱਲ ਆ, ਤੇ ਮੈਂ ਉਹਨਾਂ ਨੂੰ ਕਿਹਾ ਕਿ ਵਾਟ ਹੈਪਨ, ਕਿ ਤੁਸੀਂ ਇੱਦਾਂ ਕਿਉਂ ਪੁੱਛ ਰਹੇ ਆ। ਤਾਂ ਉਹਨਾਂ ਦੀ ਟੀਚਰ ਨੇ ਕਿਹਾ ਕਿ ਤੁਹਾਡਾ ਬੇਟਾ ਸਕੂਲ 'ਚ ਆ ਕੇ ਦੱਸ ਰਿਹਾ ਹੈ, ਤੇ ਉਹ 2-3 ਵਾਰ ਦੱਸ ਚੁੱਕਾ ਹੈ ਸਕੂਲ 'ਚ ਕਿ ਮੇਰੀ ਮਦਰ ਨਾਲ ਇੱਦਾਂ ਹੋ ਰਿਹਾ, ਮੇਰੇ ਫਾਦਰ ਇੱਦਾਂ ਕਰ ਰਹੇ ਆ ਮੇਰੀ ਮਦਰ ਦੇ ਨਾਲ, ਤੇ ਮੇਰੇ ਮਦਰ ਰੋਂਦੇ ਆ, ਮੇਰੇ ਮਦਰ ਦੇ ਸੱਟ ਲੱਗ ਜਾਂਦੀ ਆ। ਅਸੀਂ ਅਨੀਤਾ ਦੀ ਸਹੀ ਪਹਿਚਾਣ ਨਸ਼ਰ ਨਹੀਂ ਕਰ ਰਹੇ, ਪਰ ਉਸਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੀਆਂ ਹੋਰਾਂ ਔਰਤਾਂ ਦੀ ਮਦਦ ਲਈ ਉਸਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਉਸਦਾ ਚਿਹਰਾ ਕਈ ਵਾਰ ਖੂਨੋ-ਖੂਨ ਹੋਇਆ ਹੈ ਅਤੇ ਉਸਦਾ ਬੇਟਾ ਇਹ ਸਭ ਵੇਖ ਰਿਹਾ ਹੈ। ਮੇਰੇ ਵਾਸਤੇ ਬਹੁਤ ਵੱਡੀ ਸ਼ੌਕਿੰਗ ਨਿਊਜ਼ ਸੀਗੀ ਕਿ ਮੇਰਾ ਬੇਟਾ ਕਦੀ ਘਰ ਨਹੀਂ ਰਿਐਕਟ ਕਰ ਪਾਇਆ ਮੇਰੇ ਸਾਹਮਣੇ, ਤੇ ਪਰ ਉਹਨੇ ਜਾ ਕੇ ਸਕੂਲ ਦੇ ਵਿੱਚ ਦੱਸਿਆ। ਆਈ ਡੋਂਟ ਨੋ ਕਿ ਉਸ ਬੱਚੇ ਨੇ ਕੀ ਸੋਚਿਆ ਕਿ ਮੈਂ ਟੀਚਰ ਨਾਲ ਡਿਸਕਸ ਕਰਾਂ ਇਸ ਚੀਜ਼ ਨੂੰ ਕਿ ਮੇਰੀ ਮਦਰ ਨਾਲ ਇੱਦਾਂ ਹੋ ਰਿਹਾ। ਮੈਨੂੰ ਇੱਕ ਥਾਂ 'ਤੇ ਚੰਗਾ ਵੀ ਲੱਗਾ ਕਿ ਮੇਰਾ ਬੱਚਾ ਗਲਤ ਤੇ ਸਹੀ ਦੇ ਵਿੱਚ ਡਿਫਰੈਂਸ ਥੋੜ੍ਹਾ ਜਿਹਾ ਕਰ ਰਿਹਾ ਕਿ ਮੇਰੀ ਮਦਰ ਨਾਲ ਗਲਤ ਹੋ ਰਿਹਾ, ਬਹੁਤ ਜ਼ਿਆਦਾ ਗਲਤ ਹੋ ਰਿਹਾ, ਤੇ ਉਹਨੇ ਬਿਲਕੁਲ ਸਹੀ ਜਗ੍ਹਾ 'ਤੇ ਜਾ ਕੇ ਸਹੀ ਪਰਸਨ ਨੂੰ ਜਾ ਕੇ ਦੱਸਿਆ। Ability to just duty to report. ਇਫ ਜੇ ਤੁਹਾਨੂੰ ਟੀਚਰ ਨੂੰ ਜਾਂ ਕਿਸੇ ਨੂੰ ਵੀ ਕੋਈ ਵੀ ਉੱਥੇ ਵਲੰਟੀਅਰ ਜਾਂ ਕੋਈ ਵੀ ਵਰਕ ਕਰਦਾ ਵਾ, 2 ਤਰ੍ਹਾਂ ਦੇ ਨਾਲ ਤੁਸੀਂ ਬੱਚਾ ਇੱਕ ਵਾਰੀ ਤਾਂ ਡਾਇਰੈਕਟਲੀ ਤੁਹਾਨੂੰ ਦੱਸਦਾ, ਇੱਕ ਵਾਰੀ ਇਨਡਾਇਰੈਕਟ ਤੁਹਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ। ਜੇਕਰ ਤੁਹਾਨੂੰ ਨਹੀਂ ਚੰਗੀ ਤਰ੍ਹਾਂ ਪਤਾ ਹੈਗਾ, ਤੁਸੀਂ ਇਨਟੇਕ ਵਰਕਰ ਜਿਹੜੇ CS ਉਹਨਾਂ ਨਾਲ ਕੰਸਲਟ ਕਰ ਸਕਦੇ ਆ, ਸੋਸ਼ਲ ਵਰਕਰ ਦੇ ਨਾਲ ਤੁਸੀਂ ਗੱਲ ਕਰ ਸਕਦੇ ਆ ਕਿ ਇਹ ਐਨਫ ਰੀਜ਼ਨ ਹੈਗਾ ਕਿ ਮੈਂ ਰਿਪੋਰਟ ਕਰ ਸਕਦਾ ਕਿ ਨਹੀਂ ਕਰ ਸਕਦੀ ਹੈਗੀ। ਯੂਅਰ ਪ੍ਰੋਫੈਸ਼ਨਲ ਜਜਮੈਂਟ, ਸੋ ਯੂ ਫੀਲ ਦੈਟ ਦ ਚਾਈਲਡ ਇਜ਼ having one kind of abuse. There is a physical abuse, emotional abuse, sexual abuse. There are different, and also neglect too. Neglect sometimes, is due to poverty, due to financial strain. Then we have to see that, and we have to consult the social worker. ਪਿਛਲੀਆਂ 2 ਪੀੜ੍ਹੀਆਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਰਛਪਾਲ ਗਿੱਲ ਅਨੁਸਾਰ ਸਕੂਲਾਂ ਦੇ ਸਟਾਫ ਨੂੰ ਸਾਲਾਨਾ ਸਿਖਲਾਈ ਮਿਲਦੀ ਹੈ, ਜਿਸ ਵਿੱਚ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਉਚੇਚੀ ਜਾਂਚ ਪੜਤਾਲ ਬੇਸ਼ੱਕ ਨਹੀਂ ਕਰਨੀ, ਪਰ ਸਤਰਕ ਰਹਿਣਾ ਕਿ ਕਦੋਂ ਅਧਿਕਾਰੀਆਂ ਦੀ ਦਖਲ-ਅੰਦਾਜ਼ੀ ਦੀ ਜ਼ਰੂਰਤ ਹੈ। ਪਰ ਕੋਵਿਡ ਕਾਰਨ ਹੋ ਰਹੀ ਵਰਚੁਅਲ ਪੜ੍ਹਾਈ ਤਾਂ ਇਸ ਨੂੰ ਹੋਰ ਵੀ ਮੁਸ਼ਕਿਲ ਕਰ ਦਿੰਦੀ ਹੈ।
ਕੋਵਿਡ ਦੇ ਟਾਈਮ ਦੇ ਉੱਤੇ ਮੇਰਾ ਖਿਆਲ ਆ ਕਿ ਕੇਸ ਜ਼ਰੂਰ ਚਾਈਲਡ ਅਬਿਊਜ਼ ਦੇ ਹੋਣਗੇ, ਜ਼ਿਆਦਾ ਹੋਣਗੇ ਜਾਂ ਹੋਣਗੇ, ਪਰ ਬੱਚਿਆਂ ਦਾ ਆਪਣੇ ਟੀਚਰ ਦੇ ਨਾਲ ਜਾਂ ਪ੍ਰਿੰਸੀਪਲ ਦੇ ਨਾਲ ਕੋਈ ਜ਼ਿਆਦਾ ਡਾਇਰੈਕਟ ਕੰਟੈਕਟ ਨਾ ਹੋਣ ਕਰਕੇ ਤੁਸੀਂ ਜਿਹੜਾ ਕੋਈ ਉਹਨਾਂ ਦੇ ਫਿਜ਼ੀਕਲ ਅਬਿਊਜ਼ ਦੇ ਕੋਈ ਸਾਈਨ ਹੈਗੇ ਉਹਨਾਂ ਨੂੰ ਤੁਸੀਂ ਚੈੱਕ ਨਹੀਂ ਕਰ ਸਕਦੇ ਹੈਗੇ, ਵਰਬਲੀ ਉਹ ਤੁਹਾਡੇ ਨਾਲ ਕਨੈਕਟ ਹੋ ਕੇ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਦੋਂ ਤੁਸੀਂ ਵਰਚੁਅਲੀ ਵਿਦ ਅਦਰ ਬੱਚਿਆਂ ਦੇ ਨਾਲ ਉਹਨਾਂ ਨੂੰ ਪੜ੍ਹਾਉਂਦੇ ਆ ਤੇ ਇਹ ਕੌਨਫੀਡੈਂਸ਼ੀਅਲ ਚੀਜ਼ਾਂ ਹੁੰਦੀਆਂ, ਪ੍ਰਾਈਵੇਟ ਹੁੰਦੀਆਂ, ਤੇ ਇਹਦੇ ਦੂਸਰੇ ਬੱਚਿਆਂ ਦੇ ਸਾਹਮਣੇ ਤੁਸੀਂ ਪੁੱਛ ਨਹੀਂ ਸਕਦੇ ਹੈਗੇ। ਇਹ ਕਹਾਣੀਆਂ ਪਰੇਸ਼ਾਨ ਕਰਨ ਵਾਲੀਆਂ ਨੇ, ਪਰ ਸਾਂਝੀਆਂ ਕਰਨੀਆਂ ਅਹਿਮ ਨੇ, ਖਾਸ ਕਰਕੇ ਉਹਨਾਂ ਲਈ ਜੋ ਇਹਨਾਂ ਮੁਸ਼ਕਿਲ ਹਾਲਾਤਾਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ। ਇਹਨਾਂ ਕਹਾਣੀਆਂ ਨੂੰ ਮੁੜ ਵੇਖਣ ਲਈ ਸਾਡੀ ਵੈਬਸਾਈਟ ਵੇਖ ਸਕਦੇ ਹੋ। ਓਮਨੀ ਨਿਊਜ਼ ਲਈ ਮੈਂ ਲਵੀਨ ਗਿੱਲ।